ਹਰਫਾਂ ਦੇ ਕਾਫਲੇ ਚੈਨਲ ਵੇਖਣ ਵਾਲੇ ਸਾਰੇ ਹੀ ਰੱਬ ਵਰਗੇ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਤੇਜਿੰਦਰ ਸਿੰਘ ਗਿੱਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਫਿਰ ਆਪ ਜੀ ਦੀ ਕਚਹਿਰੀ ਵਿੱਚ ਸਰਦਾਰ ਜਗਜੀਤ ਸਿੰਘ ਰੰਧਾਵਾ ਜੀ ਦੁਆਰਾ ਲਿਖੀ ਕਹਾਣੀ ਨੰਗੀ ਅੱਖ ਦਾ ਸੁਪਨਾ ਭਾਗ ਪਹਿਲਾ ਲੈ ਕੇ ਹਾਜ਼ਰ ਹਾਂ। ਜਿਵੇਂ ਤੁਸੀਂ ਪਹਿਲੀਆਂ ਲਿਖਤਾਂ ਨੂੰ ਮਣਾ ਮੂੰਹੀਂ ਪਿਆਰ ਦਿੱਤਾ, ਉਮੀਦ ਕਰਦਾ ਹਾਂ ਕਿ ਇਸ ਕਹਾਣੀ ਨੂੰ ਵੀ ਉਸੇ ਤਰੀਕੇ ਨਾਲ ਪਿਆਰ ਦਿਓਗੇ। ਜੇ ਇਹ ਕਹਾਣੀ ਤੁਹਾਨੂੰ ਪਸੰਦ ਆਵੇ ਤਾਂ ਚੈਨਲ ਨੂੰ ਸਬਸਕ੍ਰਾਈਬ, ਲਾਈਕ, ਸ਼ੇਅਰ ਤੇ ਕਮੈਂਟ ਕਰ। ਮੈਂ ਇੱਕ ਸਾਧ ਮੁਰਾਦੇ ਜਿਹੇ ਸੁਭਾਅ ਵਾਲਾ ਪੰਜਾਬ ਦੇ ਮਾਝੇ ਦੇ ਇਲਾਕੇ ਦੇ ਪੇਂਡੂ ਸਮਾਜ ਦੇ ਚੱਜ ਆਚਾਰਾਂ ਤੇ ਰੀਤੀ ਰਿਵਾਜਾਂ ਵਿੱਚ 80 ਦੇ ਦਹਾਕੇ ਵਿੱਚ ਜੰਮਿਆ ਕਿਰਸਾਨੀ ਪਰਿਵਾਰ ਨਾਲ ਸੰਬੰਧ ਰੱਖਦਾ ਸਾਊ ਜਿਹਾ ਆਸਤਕ ਤੇ ਆਸ਼ਾਵਾਦੀ ਰੱਬ ਨੂੰ ਮੰਨਣ ਵਾਲਾ 27 ਕੁ ਸਾਲ ਦਾ ਨੌਜਵਾਨ ਗੱਭਰੂ ਜੋ ਪੇਸ਼ੇ ਵਜੋਂ ਇੱਕ ਅਧਿਆਪਕ, ਨੇਮ ਨਾਲ ਗੁਰੂ ਘਰ ਵੀ ਜਾਂਦਾ, ਥੋੜ੍ਹੀ ਬਹੁਤ ਸੇਵਾ ਵੀ ਕਰਦਾ, ਗੁਰਬਾਣੀ ਦੀ ਸਮਝ ਵੀ ਰੱਖਦਾ ਹਾਂ। ਪਰ ਮੈਂ ਦੱਸਦਿਆਂ ਹਾਲੇ ਤੀਕ ਮੈਂ ਅੰਮ੍ਰਿਤ ਨਹੀਂ ਛਕਿਆ। ਸ਼ਾਇਦ ਸਹੀ ਸਮੇਂ ਦੀ ਉਡੀਕ ਕਰਦਾ, ਆਪਣੀ ਹੀ ਮੌਜ ਵਿੱਚ ਰਹਿਣ ਵਾਲਾ, ਇਕੱਲਤਾ ਤੇ ਮਨੁੱਖਤਾ ਨੂੰ ਪਿਆਰ ਕਰਦਾ ਹਾਂ। ਮੇਰਾ ਪਿੰਡ ਕਮਾਲਪੁਰ ਦਰਿਆ ਬਿਆਸ ਦੇ ਕੰਢੇ 'ਤੇ ਵਸਿਆ ਹੋਇਆ 5,000 ਦੀ ਆਬਾਦੀ ਵਾਲਾ ਪਿਛੜਿਆ ਜਿਹਾ ਪਿੰਡ ਹੈ। ਪਿੰਡ ਦੇ ਬਹੁਤੇ ਲੋਕ ਕਿਰਸਾਨ ਹਨ। ਸਰਕਾਰੀ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਹੱਥ ਦੇ ਪੋਟਿਆਂ 'ਤੇ ਗਿਣੇ ਜਾ ਸਕਦੇ ਹਨ। ਪਿੰਡ ਦੇ 5 ਕੁ ਮੁੰਡੇ ਫੌਜ ਤੇ BSF ਵਿੱਚ ਭਰਤੀ ਹੋਣਗੇ। ਕਿਰਤੀ ਕਾਮਿਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਬਹੁਤ ਲੋਕ ਗਰੀਬੀ ਰੇਖਾ ਤੋਂ ਵੀ ਹੇਠਾਂ ਰਹਿੰਦੇ ਹੋਣਗੇ। ਘਰ ਵਿੱਚ ਮੈਂ, ਬਾਪੂ ਜੀ, ਮਾਤਾ ਜੀ ਤੇ ਮੇਰੀ ਤੋਂ ਛੋਟੀ ਭੈਣ ਕੁਲਜੀਤ, ਜਿਸ ਨੂੰ ਅਸੀਂ ਜੀਤੀ ਕਹਿ ਕੇ ਬੁਲਾਉਂਦੇ ਹਾਂ, +2 ਕਰਨ ਤੋਂ ਬਾਅਦ ਹੁਣ ਕਪੂਰਥਲੇ PTT ਦਾ ਕੋਰਸ ਕਰਦੀ ਹੈ। ਘਰ ਵਿੱਚ ਸ਼ਾਂਤੀ ਤੇ ਅਮਨ ਪਸਰਿਆ ਰਹਿੰਦਾ ਹੈ। ਬਾਪੂ ਜੀ ਖੇਤਾਂ ਵਿੱਚ ਕੰਮ ਵਿੱਚ ਵਿਅਸਤ ਰਹਿੰਦੇ ਹਨ ਤੇ ਮਾਤਾ ਜੀ ਘਰ ਦੇ ਕੰਮਾਂ ਵਿੱਚ। ਛੋਟੀ ਜੀਤੀ ਸ਼ੇਖੂਪੁਰ ਹੋਸਟਲ ਵਿੱਚ ਰਹਿੰਦੀ, ਸ਼ਨੀਵਾਰ ਤੇ ਐਤਵਾਰ ਘਰ ਰਹਿ ਕੇ ਫਿਰ ਸੋਮਵਾਰ ਡਾਈਟ ਚਲੀ ਜਾਂਦੀ ਸੀ। ਮਾਤਾ ਜੀ ਹਮੇਸ਼ਾ ਵਿਆਹ ਲਈ ਜ਼ੋਰ ਦਿੰਦੇ ਰਹਿੰਦੇ, ਪਰ ਮੈਂ ਹਾਲੀ ਨਹੀਂ ਕਰਦਾ। ਖੈਰ, ਸਾਰਾ ਵਾਕਿਆ ਸੁਣਾਉਣ ਤੋਂ ਪਹਿਲਾਂ ਦੱਸਣਾ ਜ਼ਰੂਰੀ ਹੈ ਕਿ ਮੈਂ ਨਾ ਹੀ ਅੰਧ ਵਿਸ਼ਵਾਸੀ ਤੇ ਨਾ ਹੀ ਭੂਤਾਂ ਪ੍ਰੇਤਾਂ ਵਿੱਚ ਯਕੀਨ ਰੱਖਦਾ। ਕੀ ਆਤਮਾ ਹੁੰਦੀਆਂ ਹਨ? ਭੂਤ ਪ੍ਰੇਤਾਂ ਦਾ ਵਾਸਾ ਕਿੱਥੇ ਹੁੰਦਾ ਹੈ? ਸਾਡਾ ਮਨ ਭੂਤ ਕਦੋਂ ਬਣਦਾ ਹੈ? ਮਰਨ ਤੋਂ ਬਾਅਦ ਇਨਸਾਨ ਦੀ ਆਤਮਾ ਕਿੱਥੇ ਜਾਂਦੀ ਹੈ? ਮਰਨ ਤੋਂ ਬਾਅਦ ਇਨਸਾਨ ਨੂੰ ਆਪਣੇ ਕੀਤੇ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ। ਕੀ ਆਤਮਾ ਸਰੀਰ ਬਦਲਦੀ ਹੈ? ਪਾਪ, ਪੁੰਨ, ਸੱਚ, ਨਿਰੰਕਾਰ ਦਾ ਦੇਸ਼। ਮੈਂ ਫਜ਼ੂਲ ਦੀ ਕਿਸੇ ਨਾਲ ਬਹਿਸ ਨਹੀਂ ਕਰਦਾ, ਪਰ ਸੱਚ ਦੀ ਖੋਜ ਪ੍ਰਤੀ ਮੇਰੀ ਉਤਸੁਕਤਾ ਬਣੀ ਰਹਿੰਦੀ। ਕਰਮਖੰਡ, ਸਰਮਖੰਡ, ਗਿਆਨਖੰਡ, ਧਰਮਖੰਡ ਤੇ ਸੱਚਖੰਡ ਦੇ ਸਫ਼ਰ ਦੇ ਰਸਤੇ ਵਿੱਚ ਜਮਦੂਤਾਂ ਤੇ ਧਰਮਰਾਜ ਦੀ ਕੀ ਭੂਮਿਕਾ ਹੁੰਦੀ, ਮੇਰੀ ਇਹ ਜਾਣਨ ਦੀ ਤੀਬਰ ਇੱਛਾ ਬਣੀ ਰਹਿੰਦੀ। ਅੱਧੀ ਰਾਤ ਤੋਂ ਆਏ ਬਾਅਦ ਦੇ ਸੁਪਨੇ ਅਕਸਰ ਸੱਚੇ ਹੁੰਦੇ ਜਾਂ ਸੱਚ ਹੋ ਜਾਂਦੇ। ਜੋ ਮੈਂ ਸੁਪਨੇ ਵਿੱਚ ਦੇਖਦਾ, ਹਕੀਕਤ ਵਿੱਚ ਵੀ ਬਣਤਰ ਤੇ ਢਾਂਚਾ ਉਸੇ ਤਰ੍ਹਾਂ ਦਾ ਹੁੰਦਾ। ਜਿਹੜੇ ਪਿੰਡਾਂ ਦੇ ਨਾਮ ਮੈਂ ਸੁਣੇ ਜਾਂ ਦੇਖੇ ਨਹੀਂ ਸਨ, ਜਦ ਮੈਂ ਖੋਜ ਕਰਦਾ ਤਾਂ ਉਹ ਸੱਚ ਹੁੰਦੇ। ਸੁਪਨਿਆਂ ਵਿੱਚ ਜੋ ਘਟਨਾਵਾਂ ਜਾਂ ਕਹਾਣੀ ਮੈਂ ਦੇਖਦਾ, ਉਹ ਕਹਾਣੀ ਮੇਰੇ ਇਰਦ ਗਿਰਦ ਜਾਂ ਤਾਂ ਵਾਪਰ ਜਾਂਦੀ ਜਾਂ ਵਾਪਰੀ ਹੁੰਦੀ। ਕਦੇ ਕਦੇ ਤਾਂ ਮੈਂ ਸੋਚਦਾ ਕਿ ਮੇਰੇ ਸੁਪਨੇ ਸੱਚੇ ਕਿਉਂ ਹੁੰਦੇ ਹਨ ਜਾਂ ਸੱਚੇ ਕਿਉਂ ਹੋ ਜਾਂਦੇ ਹਨ। ਮੈਂ ਕਿਸੇ ਨਾਲ ਇਸ ਬਾਬਤ ਗੱਲ ਨਾ ਕਰਦਾ। ਗੁਰਬਾਣੀ ਵਿੱਚ ਤਾਂ ਮੈਂ ਇਹੀ ਪੜ੍ਹਦਾ ਸਾਂ ਕਿ ਜੋ ਜੋ ਤੇਰਾ ਹੁਕਮ ਤਿਵੇਂ ਤਿਵੇਂ ਹੋਵਣਾ। ਲੋਕ ਮੇਰਾ ਮਜ਼ਾਕ ਉਡਾਉਣਗੇ ਕਿ ਸਮਾਜ ਨੂੰ ਰਸਤਾ ਦਿਖਾਉਣ ਵਾਲਾ ਇੱਕ ਅਧਿਆਪਕ ਅੰਧ ਵਿਸ਼ਵਾਸੀ ਸੋਚ ਦਾ ਧਾਰਨੀ ਹੋਵੇਗਾ। ਮੈਂ ਚੁੱਪ ਹੀ ਧਾਰੀ ਰੱਖਦਾ ਸੀ। ਧਾਰਮਿਕ ਪੁਸਤਕਾਂ ਵਿੱਚ ਸ੍ਰਿਸ਼ਟੀ ਦਾ ਰਚੇਤਾ ਉਹ ਅਕਾਲ ਪੁਰਖ, ਜਿਸ ਨੂੰ ਅਸੀਂ ਸੱਚ, ਨਿਰੰਕਾਰ, ਵਾਹਿਗੁਰੂ, ਅੱਲਾ, ਗੋਡ, ਈਸ਼ਵਰ ਆਖਦੇ ਹਾਂ, ਜੋ ਹੋ ਰਿਹਾ ਹੈ, ਜੋ ਹੋਵੇਗਾ, ਉਸ ਦੇ ਹੁਕਮ ਵਿੱਚ ਹੀ ਹੋਵੇਗਾ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਕਹਿੰਦੇ ਹਨ ਕਿ ਉਸ ਦੇ ਹੁਕਮ ਤੋਂ ਬਿਨਾਂ ਇੱਕ ਪੱਤਾ ਵੀ ਨਹੀਂ ਹਿਲਦਾ। ਮੈਂ ਤਾਂ ਇਹੀ ਸਮਝਦਾ ਹਾਂ ਕਿ ਜਿਸ ਵੀ ਚੀਜ਼ ਜਾਂ ਵਸਤੂ ਦੀ ਕੋਈ ਹੋਂਦ ਹੈ, ਨਾ ਹੈ, ਵਜੂਦ ਹੈ, ਉਹ ਜ਼ਰੂਰ ਹੋਵੇਗੀ। ਉਸ ਦੇ ਵਰਤਾਰੇ ਤੇ ਕਿੰਤੂ ਪਰੰਤੂ ਕਰਨ ਵਾਲਾ
ਮੈਂ ਕੌਣ ਹੁੰਦਾ ਹਾਂ, ਮੇਰੀ ਕੀ ਹਸਤੀ ਹੈ। ਇਹ ਵਾਕਿਆ ਅੱਜ ਤੋਂ 2 ਸਾਲ ਪਹਿਲਾਂ ਦਾ ਏ। ਉਦੋਂ ਮੇਰੀ ਨੌਕਰੀ ਨਹੀਂ ਸੀ ਲੱਗੀ। MA B.Ed ਕਰਨ ਤੋਂ ਬਾਅਦ ਵਿਹਲਾ ਸਾਂ। ਮੈਂ ਆਪਣੇ ਆਹਰ ਲਈ ਪਿੰਡ ਤੋਂ 3 ਕਿਲੋਮੀਟਰ ਦੂਰ ਢੋਲੇਵਾਲ ਪੱਖੋਪੁਰ ਚੌਂਕ ਵਿੱਚ ਖਾਦ ਤੇ ਪੈਸਟੀਸਾਈਡ ਦਵਾਈਆਂ ਦੀ ਦੁਕਾਨ ਕਰਦਾ ਸੀ। 10-12 ਪਿੰਡਾਂ ਦਾ ਕੇਂਦਰ ਬਿੰਦੂ ਇਸ ਚੌਂਕ ਵਿੱਚ 50-60 ਦੇ ਕਰੀਬ ਦੁਕਾਨਾਂ ਸਨ। ਪਰ ਅਸੀਂ ਇਹ ਦੁਕਾਨ 6 ਮਹੀਨੇ ਪਹਿਲਾਂ ਖਰੀਦ ਕੀਤੀ ਸੀ। ਉਦੋਂ ਪਤਾ ਨਹੀਂ ਸੀ ਕਿ ਦੁਕਾਨ ਵੀ ਖੋਲ੍ਹਣੀ ਪਵੇਗੀ। ਪਰ ਮੈਂ ਘਰੇ ਵਿਹਲਾ ਬਹਿਣ ਨਾਲੋਂ ਕਿਰਤ ਨੂੰ ਤਰਜੀਹ ਦਿੱਤੀ ਤੇ ਵਾਹਿਗੁਰੂ ਖੇਤੀ ਸਟੋਰ ਚੌਂਕ ਢੋਲੇਵਾਲ ਖੋਲ੍ਹ ਲਿਆ। ਸਵੇਰ 7 ਵਜੇ ਪਿੰਡੋਂ ਆਪਣੀ ਬਾਈਕ ਤੇ ਪਹਿਲਾਂ ਢੋਲੇਵਾਲ ਗੁਰਦੁਆਰਾ ਸਾਹਿਬ ਨਤਮਸਤਕ ਹੁੰਦਾ, ਕਥਾ ਕੀਰਤਨ ਸੁਣਦਾ ਤੇ ਅਰਦਾਸ ਤੋਂ ਬਾਅਦ ਦੁਕਾਨ ਖੋਲ੍ਹ ਸ਼ਾਮਾਂ ਦੇ 7 ਵਜੇ ਤੱਕ ਦੁਕਾਨ ਵਧਾਉਣ ਤੋਂ ਬਾਅਦ ਫਿਰ ਗੁਰਦੁਆਰਾ ਸਾਹਿਬ ਸੰਧਿਆ ਵੇਲੇ ਦੇ ਦੀਵਾਨ ਦੀ ਹਾਜ਼ਰੀ ਭਰਦਾ ਤੇ ਫਿਰ ਪਿੰਡ ਨੂੰ ਰਵਾਨਗੀ ਪਾਉਂਦਾ। ਦੁਕਾਨ ਤੇ ਵਿਹਲੇ ਸਮੇਂ ਮੈਂ ਧਾਰਮਿਕ ਲਿਟਰੇਚਰ ਪੜ੍ਹਦਾ ਰਹਿੰਦਾ। 2 ਸਾਲ ਪਹਿਲਾਂ ਅਕਤੂਬਰ ਮਹੀਨੇ ਦੀ 17 ਤਰੀਕ ਹੋਵੇਗੀ। ਦੁਪਹਿਰ ਦੇ 3 ਵਜੇ ਦਾ ਟਾਈਮ ਹੋਵੇਗਾ। ਮੈਂ ਆਪਣੀ ਦੁਕਾਨ ਦੇ ਬਾਹਰ ਚਿਹਰ ਤੇ ਬੈਠਾ ਕੋਈ ਕਿਤਾਬ ਪੜ੍ਹ ਰਿਹਾ ਸੀ। ਢੋਲੇਵਾਲ ਚੌਂਕ ਤੋਂ ਕੁਝ ਕੁ ਫਰਲਾਂਗ ਦੂਰ ਜੋ ਸੜਕ ਜੋਧੇਵਾਲ ਨੂੰ ਜਾਂਦੀ ਸੀ, ਮੈਂ ਕੀ ਦੇਖਦਾ, ਗੁਰਦੁਆਰਾ ਸਾਹਿਬ ਵਾਲੇ ਪਾਸਿਓਂ ਐਕਟਿਵਾ ਸਕੂਟਰੀ ਤੇ ਸਵਾਰ ਮੁਟਿਆਰ ਜੋ ਕਰੀਬ 29-30 ਸਾਲ ਦੀ ਹੋਵੇਗੀ। ਜਿਉਂ ਹੀ ਉਸਨੇ ਚੌਂਕ ਤੋਂ ਜੋਧੇਵਾਲ ਵੱਲ ਆਪਣੀ ਸਕੂਟਰੀ ਮੋੜੀ, ਸਾਹਮਣੇ ਤੋਂ ਆ ਰਹੀ ਤੇਜ਼ ਕਾਰ ਨੇ ਉਸ ਨੂੰ ਟੱਕਰ ਮਾਰੀ ਤੇ ਕਾਰ ਆਉ ਗਈ ਅੱਖੀਆਂ ਤੋਂ ਦੂਰ ਹੋ ਗਈ। ਚੌਂਕ ਵਿੱਚ ਹਾਜ਼ਰ ਸਭ ਦੁਕਾਨਦਾਰਾਂ ਨੇ ਜਦ ਜ਼ਬਰਦਸਤ ਟੱਕਰ ਦੀ ਆਵਾਜ਼ ਸੁਣੀ ਤਾਂ ਸਾਰੇ ਮਦਦ ਲਈ ਐਕਟਿਵਾ ਤੋਂ ਦੂਰ ਡਿੱਗੀ ਉਸ ਮੁਟਿਆਰ ਵੱਲ ਦੌੜੇ। ਮੈਂ ਦੁਕਾਨ ਵਿੱਚ ਪਏ ਰੈਬਰ ਵਿੱਚੋਂ ਪਾਣੀ ਦਾ ਗਲਾਸ ਭਰਿਆ ਤੇ ਐਕਸੀਡੈਂਟ ਵਾਲੀ ਜਗ੍ਹਾ ਵੱਲ ਨੂੰ ਭੱਜਿਆ। ਮੂਧੜੇ ਮੂੰਹ ਡਿੱਗੀ ਮੁਟਿਆਰ ਨੂੰ ਜਦ ਅਸਾਂ ਸਿੱਧਾ ਲਟਾਇਆ ਤਾਂ ਦੇਖਿਆ ਕਿ ਉਸ ਦੇ ਤੇਜ਼ ਸਵਾਸ ਚੱਲ ਰਹੇ ਸਨ। ਸਾਰਾ ਸਰੀਰ ਖੂਨ ਨਾਲ ਲੱਥਪੱਥ ਸੀ ਤੇ ਦੋਨੋਂ ਲੱਤਾਂ ਵੀ। ਮੈਂ ਜਲਦੀ ਉਸ ਦੀ ਗਰਦਨ ਹੇਠਾਂ ਹੱਥ ਦੇ ਜਿਉਂ ਹੀ ਪਾਣੀ ਵਾਲਾ ਗਲਾਸ ਉਸ ਦੇ ਮੂੰਹ ਨੂੰ ਲਗਾਇਆ। ਸਿਰਫ 2 ਘੁੱਟ ਹੀ ਪਾਣੀ ਦੇ ਲੰਘੇ ਹੋਣਗੇ ਕਿ ਚੰਦ ਸਕਿੰਟਾਂ ਦੇ ਵਿੱਚ ਮੇਰੇ ਹੱਥਾਂ ਵਿੱਚ ਹੀ ਉਸ ਖੂਬਸੂਰਤ ਮੁਟਿਆਰ ਨੇ ਦਮ ਤੋੜ ਦਿੱਤਾ। ਇਸ ਦੁਰਘਟਨਾ ਤੋਂ ਕਾਫੀ ਦਿਨ ਬਾਅਦ ਵੀ ਮੈਂ ਰਾਤ ਨੂੰ ਚੰਗੀ ਤਰ੍ਹਾਂ ਸੌਂ ਨਾ ਸਕਿਆ। ਦਿਨ ਰਾਤ ਮੇਰੀਆਂ ਅੱਖਾਂ ਮੂਹਰੇ ਉਸ ਖੂਬਸੂਰਤ ਮੁਟਿਆਰ ਦਾ ਚਿਹਰਾ ਹੂਬਹੂ, ਕਦੇ ਮੇਰੇ ਬੈੱਡ ਦੇ ਸਿਰਹਾਣੇ ਕੰਨੀ ਤੇ ਕਦੇ ਪੈਰਾਂ ਕੰਨੀ। ਮੈਨੂੰ ਲੱਗਦਾ ਮੈਂ ਸੁੱਤਾ ਜਾਗਦਾ ਸੁਪਨਾ ਦੇਖ ਰਿਹਾ ਹੁੰਦਾ। ਮੈਨੂੰ ਲੱਗਦਾ ਜਿਵੇਂ ਉਹ ਆਤਮਾ ਮੈਨੂੰ ਕੁਝ ਕਹਿਣਾ ਚਾਹੁੰਦੀ ਹੋਵੇ, ਕੁਝ ਦੱਸਣਾ ਚਾਹੁੰਦੀ ਹੋਵੇ। ਮੇਰੇ ਚਿਹਰੇ ਤੋਂ ਰੰਗਤ ਉੱਡ ਗਈ। ਮੁਸਕਰਾਹਟ ਦੀ ਥਾਂ ਗਮਗੀਨੀ ਨੇ ਲੈ ਲਈ। ਮਰਨ ਤੋਂ ਬਾਅਦ ਇਨਸਾਨ ਕਿੱਥੇ ਚਲਾ ਜਾਂਦਾ ਹੈ? ਕੀ ਹੁੰਦਾ ਹੋਵੇਗਾ? ਮਰਨ ਵਾਲੇ ਸਰੀਰ ਦੀ ਆਤਮਾ ਦੇ ਨਾਲ ਕੀ ਕੁਝ ਵਾਪਰਦਾ ਹੋਵੇਗਾ? ਇਨਸਾਨ ਦੇ ਚੰਗੇ ਮੰਦੇ ਕਰਮਾਂ 'ਤੇ ਹੀ ਧਰਮਰਾਜ ਨਿਬੇੜਾ ਕਰਦਾ, ਜਾਂ ਫਿਰ ਇਨਸਾਨੀ ਜਾਮਾਂ, ਜਾਂ ਫਿਰ 84 ਲੱਖ ਟੇਢੀਆਂ ਮੇਢੀਆਂ ਜੂਨਾਂ ਦਾ ਗੇੜਾ। ਕੋਈ ਭਗਤੀ ਬੰਦਗੀ ਵਾਲੀ ਆਤਮਾ ਹੀ ਉਸ ਸੱਚਖੰਡ ਜਾਂ ਨਿਰੰਕਾਰ ਦੀ ਜੋਤ ਵਿੱਚ ਰਲ ਜਾਂਦੀ ਹੋਵੇਗੀ। ਜੋਤੀ ਮੈਂ ਜੋਤ ਰਲੀ ਸੰਪੂਰਨ ਥੀਆ ਰਾਮ। ਗੁਰਬਾਣੀ ਵੀ ਇਸ ਦੀ ਪ੍ਰੋੜਤਾ ਕਰਦੀ ਹੈ। ਬਰਨਾਲੇ ਵਾਲੇ ਸੰਤਾਂ ਨੇ ਇੱਕ ਕਥਾ ਸੁਣਾਉਂਦਿਆਂ ਦੱਸਿਆ ਕਿ ਆਤਮ ਹੱਤਿਆ ਜਾਂ ਐਕਸੀਡੈਂਟ ਦੇ ਕੇਸਾਂ ਵਿੱਚ ਕਈ ਆਤਮਾਵਾਂ ਦੀ ਆਤਮਾ ਆਪਣੀ ਉਮਰ ਦੀ ਸਮਾਪਤੀ ਤੱਕ ਭਟਕਦੀ ਰਹਿੰਦੀ ਹੈ। ਖੈਰ, ਮੌਤ ਤੋਂ ਬਾਅਦ ਦਾ ਸਫ਼ਰ ਇੱਕ ਆਤਮਾ ਕਿਵੇਂ ਤੈਅ ਕਰਦੀ ਹੋਵੇਗੀ, ਇਹ ਜਾਣਨ ਦੀ ਜਿਗਿਆਸਾ ਤੇ ਉਤਸੁਕਤਾ ਹਮੇਸ਼ਾ ਬਣੀ ਰਹਿੰਦੀ। ਇਸ ਦੁਰਘਟਨਾ ਤੋਂ 2 ਹਫ਼ਤੇ ਬਾਅਦ ਮੈਂ ਸ਼ਾਮੀ 7 ਵਜੇ ਦੁਕਾਨ ਵਧਾ ਕੇ ਨੇਮ ਅਨੁਸਾਰ ਗੁਰਦੁਆਰਾ ਸਾਹਿਬ ਨਤਮਸਤਕ ਹੋ ਕੇ ਆਪਣੇ ਪਿੰਡ ਕਮਾਲਪੁਰੇ ਜਾਂਦਾ ਸੀ। ਗੁਰਦੁਆਰਾ ਸਾਹਿਬ ਤੋਂ ਪਿੰਡ ਵੱਲ ਨੂੰ ਜਾਂਦਿਆਂ ਜਦ ਦੁਬਾਰਾ ਮੈਂ ਢੋਲੇ ਵਾਲੇ ਚੌਂਕ ਲਾਗੋਂ ਦੀ ਗੁਜ਼ਰਿਆ ਜਿੱਥੇ 2 ਹਫ਼ਤੇ ਪਹਿਲਾਂ ਇਹ ਵਾਕਿਆ ਹੋਇਆ ਸੀ। ਜਦ ਮੈਂ ਉਸ ਜਗ੍ਹਾ ਤੋਂ ਲੰਘਣ ਲੱਗਿਆ ਤਾਂ ਸਾਹਮਣਿਓਂ ਆ ਰਹੇ ਕਿਸੇ ਟਰੱਕ ਦੀਆਂ ਹੈੱਡਲਾਈਟਾਂ ਮੇਰੀਆਂ ਅੱਖਾਂ ਦੇ ਵਿੱਚ ਵੱਜੀਆਂ ਤਾਂ ਮੈਂ ਮੋਟਰਸਾਈਕਲ ਰੋਕ ਲਿਆ। ਬਾਈਕ ਦੇ ਸਾਹਮਣੇ ਇੱਕ ਵੱਡਾ ਪੱਥਰ ਦਿਖਾਈ ਦਿੱਤਾ ਤੇ ਉਹ ਖੂਬਸੂਰਤ ਮੁਟਿਆਰ ਜਿਸ ਦੀ ਮੌਤ ਕੁਝ ਦਿਨ ਪਹਿਲਾਂ ਹੋਈ ਸੀ ਮੈਨੂੰ ਪੱਥਰ ਤੇ ਬੈਠੀ ਦਿਖਾਈ ਦਿੱਤੀ। ਇੱਕ ਵਾਰ ਤਾਂ ਮੈਂ ਡਰ ਗਿਆ। ਮੋਟਰਸਾਈਕਲ ਵੀ ਲੱਗਿਆ ਜਿਵੇਂ ਕਿਸੇ ਨੇ ਜਾਮ ਹੀ ਕਰ ਦਿੱਤਾ ਹੋਵੇ। ਜਦ ਅੱਖਾਂ ਤੋਂ ਦੁਧੀਆ ਰੰਗ ਦੀ ਤੇਜ਼ ਰੋਸ਼ਨੀ ਹਟੀ ਤਾਂ ਮੈਂ ਮੋਟਰਸਾਈਕਲ ਤੋਰਨ ਦੀ ਕੋਸ਼ਿਸ਼ ਕੀਤੀ
ਮਲਕੜੇ ਹੀ ਮੈਨੂੰ ਬਾਈਕ ਦੀ ਸੀਟ 'ਤੇ ਕਿਸੇ ਦੇ ਬੈਠਣ ਦਾ ਅਹਿਸਾਸ ਹੋਇਆ। ਜਦ ਮੈਂ ਮੋਟਰਸਾਈਕਲ ਤੋਰਿਆ ਤੇ ਲੱਗਿਆ ਕਿ ਜਿਵੇਂ ਸੀਟ ਭਾਰੀ ਹੋ ਗਈ ਹੋਵੇ, ਇੱਕ ਸਵਾਰੀ ਦਾ ਭਾਰ। ਪਰ ਜਦੋਂ ਪਿੱਛੇ ਝਾਤੀ ਮਾਰੀ ਤਾਂ ਸੀਟ ਤਾਂ ਖਾਲੀ ਪਈ ਸੀ। ਪਿੰਡ ਪਹੁੰਚ ਕੇ ਮੈਂ ਸਰਕਾਰੀ ਸਕੂਲ ਦੇ ਕੋਲ 2 ਮਿੰਟ ਲਈ ਆਪਣੇ ਬਚਪਨ ਦੇ ਬੇਲੀ ਅਮਨਦੀਪ ਕੋਲ ਰੁਕਿਆ ਤੇ ਫਿਰ ਮੈਨੂੰ ਲੱਗਿਆ ਜਿਵੇਂ ਹੁਣ ਸੀਟ ਖਾਲੀ ਹੋ ਗਈ ਹੋਵੇ। ਘਰ ਪਹੁੰਚ ਇਸ਼ਨਾਨ ਪਾਣੀ ਕਰ ਰੋਟੀ ਖਾ ਮੈਂ ਆਪਣੇ ਕਮਰੇ ਵਿੱਚ ਸੌਣ ਲਈ ਚਲਾ ਗਿਆ। ਕਮਰੇ ਵਿੱਚ ਪਹੁੰਚ ਮੈਂ ਜਿਉਂ ਹੀ ਲਾਈਟ ਆਫ ਕੀਤੀ ਤਾਂ ਕੀ ਦੇਖਦਾ, ਉਹੀ ਖੂਬਸੂਰਤ ਮੁਟਿਆਰ ਜਿਸ ਦੀ ਪਿਛਲੇ ਦਿਨੀ ਐਕਸੀਡੈਂਟ ਦੌਰਾਨ ਮੌਤ ਹੋਈ ਸੀ, ਮੇਰੇ ਬੈੱਡ ਦੇ ਸਿਰਹਾਣੇ ਕੰਨੀ ਬੈਠੀ ਸੀ। ਡਰ ਸਹਿਮ ਤੇ ਪੈ ਵਿੱਚ ਗੁੜ 'ਚ ਮੇਰਾ ਦਿਲ ਕਰੇ ਉੱਚੀ ਉੱਚੀ ਰੌਲਾ ਪਾਵਾਂ ਤੇ ਫਿਰ ਰੌਲਾ ਪਾਉਣ ਹੀ ਲੱਗਿਆ ਸੀ ਕਿ ਉਸ ਆਤਮਾ ਨੇ ਮੇਰੇ ਮੂੰਹ 'ਤੇ ਹੱਥ ਧਰ ਦਿੱਤਾ ਤੇ ਮੈਨੂੰ ਸੰਬੋਧਨ ਕਰਦਿਆਂ ਬੋਲੀ, ਡਰੋ ਨਾ, ਮੈਂ ਡਰਾਉਣ ਲਈ ਨਹੀਂ ਆਈ, ਤੁਹਾਡੇ ਕੋਲੋਂ ਮਦਦ ਲਈ ਆਈ ਹਾਂ। ਮੇਰੀ ਗੱਲ ਧਿਆਨ ਨਾਲ ਸੁਣੋ। ਇਸ ਕਹਾਣੀ ਨੂੰ ਅੱਗੇ ਤੋਰਦਿਆਂ ਤੋਰਦਿਆਂ ਕਿਹੜੇ ਨਵੇਂ ਪੜਾਵਾਂ ਦੇ ਵਿੱਚੋਂ ਦੀ ਲੰਘਿਆ, ਦੂਜੇ ਭਾਗ ਦੇ ਵਿੱਚ ਇਸ ਬਾਰੇ ਦੱਸਿਆ ਜਾਵੇਗਾ। ਆਪ ਇਸ ਲੜੀ ਦੇ ਨਾਲ